लेख ना मिटई हे सखी जो लिखिया करतार। महाराज ने जो साडे कर्म लिख दिते ना जी, कर्मां च जे दुख लिखता वो नहीं मिट सकता, जे कर्मां च कोई विपता लिखती वो मिट नहीं सकता। फिर सवाल ये पैदा होया, जे कर्मां च लिखी विपता नहीं मिट सकती, जे कर्मां च लिखे दुख नहीं मिट सकते, फिर बाणी पढ़न का की फायदा, फिर नाम जपण का की फायदा, फिर गुरु नूं मनण का की फायदा, फिर गुरु का की फायदा। बड़े कमाल का बचन है जी, सुनिया जी। एक ना जी हिमाचल प्रदेश दे विच मंडी इलाका है, गुरु साहबां दे टाइम दी गल है। उदों दरबार साहब जी कार सेवा चलदी सी ते मंडी दा राजा, मंडी दा राजा जी दा नाम हरि सेन है, वो गुरु साहबां दी शरण विच आया। जदों गुरु साहबां दे दर्शन करने वास्ते आया ना जी, फलां दे वड्डे वड्डे टोकरे लेके आया, बड़ियां कीमती पिटावां लेके आया, बहुत माया लेके आया। राजे महाराजियां कोले कदा घाटा होंदा है, बहुत कुछ लेके आया। महाराज नूं आण के जदों दरबार दे विच मत्था टेकिया ते गुरु दे कीर्तनीय सिंह शब्द पढ़ रहे थे, लेख ना मिटई हे सखी जो लिखिया करतार। जदों इन्हें ये शब्द सुनिया, राजा दुखी हो गया, बड़ा दुखी हो गया। कहता एवं ही मैं मंडी तो चल के आया, लंबी वाट तय करके आया, आ कीमती पिटावां भी लेके आया, पर आ गुरु दे कीर्तनीय सिंह गुरु दी बाणी पढ़ रहे ने ते गुरु दी बाणी कहंदी है, लेख ना मिटई हे सखी जो लिखिया करतार। जे मेरे भागां च लिखे दुख, जे मेरे भागां च लिखी विपता, जे मेरे माड़े कर्म मिटने ही नहीं, फिर गुरु साहब कोले आउण दा फायदा की होया। अपने आप नूं बड़ा ठग्गिया हुआ महसूस करे राजा, एवं ही आ गया, एवं ही आ गया। गुरु वालियो, दिलां दियां जानन वाले मेरे मालक सतगुरु जी राजे दी भावना समझ गए। राजा दुखी क्यों है? राजा कहंदा महाराज मेरे मन दे विच एक सवाल है, एक शक है, शंका है। महाराज कहते राजा तू बहुत दूरों आया है, कल नूं कर ली अपने सवाल, कल नूं कर ली, अज जाके आराम कर ला। सेवादार नूं भेजिया, कहंदे जा इनू राजे नूं कोई कमरा दिओ, ये आराम कर ले। राजा बस वही शब्द बारे सोची जा रहे हैं, लेख ना मिटई हे सखी जो लिखिया करतार। बड़ी चिंता हो रही है। ऐसे चिंता दे विच, ऐसे उधेड़ बुण दे विच वो सौ गया। आ सोचदा सोचदा
ਸੌਂ ਗਿਆ ਤੇ ਗੁਰਮੁਖੋ ਇੱਕ ਕੌਤਕ ਵਾਪਰਿਆ। ਸੁੱਤਿਆਂ ਨਾ ਰਾਜੇ ਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਰਾਜਾ ਮਰ ਗਿਆ। ਆ ਜਾਂਦੇ ਸੁਪਨੇ 'ਚ ਰਾਜਾ ਮਰ ਗਿਆ। ਜਦੋਂ ਸੁਪਨੇ 'ਚ ਰਾਜਾ ਮਰ ਗਿਆ ਤੇ ਉਹਦਾ ਦੁਬਾਰਾ ਜਨਮ ਹੋਇਆ ਸੁਪਨੇ ਵਿੱਚ, ਤੇ ਜਨਮ ਹੋਇਆ ਜੰਗਲ ਵਿੱਚ ਰਹਿੰਦੇ ਆਦੀਵਾਸੀ ਕਹਿ ਲੋ, ਚੰਡਾਲ ਕਹਿ ਲੋ, ਚੰਡਾਲਾਂ ਦੇ ਘਰੇ ਜਨਮ ਹੋ ਗਿਆ। ਤੇ ਜਿਸ ਪਰਿਵਾਰ ਵਿੱਚ ਰਾਜੇ ਦਾ ਜਨਮ ਹੋਇਆ ਉਹ ਪਰਿਵਾਰ ਬੜਾ ਗਰੀਬ ਹੈ, ਬਹੁਤ ਗਰੀਬ ਹੈ। ਘਰ ਦੇ ਵਿੱਚ ਜੀ ਬਹੁਤੇ ਨੇ, ਗਰੀਬੀ ਬਹੁਤ ਹੈ। ਇਹ ਰਾਜਾ ਬਚਪਨ ਵਿੱਚ ਫਿਰ ਹੌਲੀ ਹੌਲੀ ਵੱਡਾ ਹੋ ਰਿਹਾ ਹੈ। ਘਰ ਵਿੱਚ ਨਿੱਕੀ ਨਿੱਕੀ ਗੱਲ ਤੇ ਕਲੇਸ਼ ਰਹਿੰਦਾ ਹੈ। ਕਹਿਣ ਦਾ ਭਾਵ ਸੁਪਨੇ ਵਿੱਚ ਚੰਡਾਲਾਂ ਦੇ ਘਰੇ ਪੈਦਾ ਹੋਇਆ ਤੇ ਬਹੁਤ ਦੁਖੀ ਹੈ। ਉਸ ਪਰਿਵਾਰ ਵਿੱਚ ਬਹੁਤ ਦੁਖੀ ਹੈ ਰਾਜਾ। ਵੱਡਾ ਹੋਇਆ ਹੌਲੀ ਹੌਲੀ, ਸੁਪਨੇ ਵਿੱਚ ਹੀ ਉਹਦਾ ਵਿਆਹ ਹੋ ਗਿਆ। ਪਰ ਦੁੱਖ ਹੈ, ਖੜੇ ਨਹੀਂ ਛੱਡਦੇ। ਗੁਰਬਤ ਹੈ, ਕਲੇਸ਼ ਹੈ, ਬੜਾ ਦੁਖੀ ਹੈ। ਸੁਪਨਾ ਵੇਖੀ ਆ ਰਿਹਾ ਰਾਜਾ। ਸੁਪਨੇ ਵਿੱਚ ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਬੱਚੇ ਹੋ ਗਏ, ਸੁਪਨੇ ਵਿੱਚ ਹੀ ਬੁੱਢਾ ਹੋ ਗਿਆ। ਬੁੱਢਾ ਹੋ ਗਿਆ, ਬਹੁਤ ਲੰਬੀ ਬਿਮਾਰੀ ਵਿੱਚ ਜੂਝ ਕੇ, ਰੁੱਝ ਕੇ ਸੁਪਨੇ ਵਿੱਚ ਰਾਜਾ ਮਰ ਗਿਆ। ਫਿਰ ਦੁਬਾਰਾ ਮਰ ਗਿਆ। ਉਹਦੇ ਜੰਮੇ ਜਾਏ ਬੱਚਿਆਂ ਨੇ ਰਲ ਮਿਲ ਕੇ ਉਹਦਾ ਸੰਸਕਾਰ ਕਰਤਾ। ਸਾਖੀਕਾਰ ਲਿਖਦਾ, ਕਹਿੰਦੇ ਉਹਨੂੰ ਦਫਨਾਤਾ, ਟੋਆ ਪੱਟਿਆ, ਦੱਬਤਾ। ਜਦੋਂ ਰਾਜੇ ਨੂੰ ਦੱਬਿਆ ਤੇ ਅਚਾਨਕ ਰਾਜੇ ਦੀ ਅੱਖ ਖੁੱਲ ਗਈ। ਸੁਪਨਾ ਦੇਖ ਰਿਹਾ, ਅਚਾਨਕ ਅੱਖ ਖੁੱਲ ਗਈ। ਸੁਪਨਾ ਵੇਖ ਕੇ ਵੀ ਬੜਾ ਦੁਖੀ ਰਾਜਾ। ਕਹਿੰਦਾ ਪਹਿਲਾਂ ਤਾਂ ਕੱਲ ਜਦੋਂ ਆਇਆ ਮਹਾਰਾਜ ਦੇ ਸਿੰਘ, ਮਹਾਰਾਜ ਦੇ ਸਿੱਖ ਬਾਣੀ ਪੜ ਰਹੇ ਸੀ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਮੈਂ ਤੇ ਦੁਖੀ ਪਹਿਲਾਂ ਹੀ ਸੀ, ਮੈਂ ਗੁਰੂ ਕੋਲੇ ਆਇਆ ਹੀ ਕਿਉਂ? ਉਤੋਂ ਆ ਸੁਪਨਾ ਆ ਗਿਆ, ਇਹਨੇ ਦੁਖੀ ਕਰ ਮਾਰਿਆ। ਮੈਂ ਗੁਰੂ ਕੋਲ ਆਇਆ ਹੀ ਕਿਉਂ? ਸੁਪਨੇ ਵੀ ਮਾੜੇ ਆ ਰਹੇ। ਮਸਾਂ ਹੀ ਦਿਨ ਚੜਿਆ ਰਾਜੇ ਨੂੰ। ਨਹਾ ਧੋ ਕੇ ਇਸ਼ਨਾਨ ਕੀਤਾ, ਆਪਣਾ ਕੱਪੜੇ ਲੱਤੇ ਬਦਲੇ, ਤਿਆਰੀ ਕੀਤੀ ਰਾਜੇ ਨੇ। ਦਰਬਾਰ ਦੀ ਸਮਾਪਤੀ ਹੋਈ ਤੇ ਮਹਾਰਾਜ ਦੇ ਕੋਲੇ ਆ ਗਿਆ ਰਾਜਾ, ਗੁਰੂ ਸਾਹਿਬਾਂ ਕੋਲੇ। ਮਹਾਰਾਜ ਜੀ, ਤੁਸੀਂ ਕਹਿੰਦੇ ਸੀ ਕੱਲ ਨੂੰ ਤੇਰੀ ਗੱਲ ਦਾ ਜਵਾਬ ਦੇਵਾਂਗੇ, ਜੋ ਤੇਰੀ ਸ਼ੰਕਾ ਹੈ, ਸ਼ੱਕ ਹੈ, ਕੱਲ ਨੂੰ ਜਵਾਬ ਦੇਵਾਂਗੇ। ਮਹਾਰਾਜ ਮੈਂ ਆਗਿਆ ਹੋਵੇ ਤੇ ਸਵਾਲ ਪੁੱਛਾਂ? ਮਹਾਰਾਜ ਕਹਿੰਦੇ ਕਾਹਲੀ ਕਾਦੀ, ਚੱਲ ਆਪਾਂ ਥੋੜਾ ਜਿਹਾ ਜੰਗਲ ਦੀ ਸੈਰ ਕਰਕੇ ਆਉਣੀ ਹੈ, ਤੂੰ ਨਾਲ ਚੱਲ, ਸਾਡੇ ਨਾਲ ਹੀ ਚੱਲ। ਇੱਕ ਘੋੜੇ ਤੇ ਰਾਜਾ ਬਹਿ ਗਿਆ, ਇੱਕ ਘੋੜੇ ਤੇ ਗੁਰੂ ਸਾਹਿਬ, ਨਾਲ ਸਿੱਖ ਵੀ ਜਾ ਰਹੇ ਨੇ। ਆ ਕੋਈ ਘੰਟਾ ਡੇਢ ਘੰਟਾ ਘੋੜਿਆਂ ਤੇ ਸਫ਼ਰ ਦੌਰਾਨ ਬੜਾ ਘਣਾ ਜੰਗਲ ਆ ਗਿਆ, ਜੰਗਲ ਬੀਆਬਾਨ। ਰਾਜਾ ਜਦੋਂ ਜੰਗਲ ਦੇ ਵਿੱਚ ਜਾ ਰਿਹਾ ਤੇ ਉਹਨੂੰ ਇਹ ਜੰਗਲ ਜਾਣਿਆ ਪਛਾਣਿਆ ਲੱਗਣ ਲੱਗ ਪਿਆ। ਧਿਆਨ ਨਾਲ ਸੁਣਿਓ, ਬੜਾ ਜਾਣਿਆ ਪਛਾਣਿਆ ਜੰਗਲ ਲੱਗਦਾ ਵੀ ਇਹ, ਦੇਖਿਆ ਲੱਗਦਾ। ਫਿਰ ਰਾਜਾ ਸੋਚਦਾ, ਕਹਿੰਦਾ ਰਾਤ ਸੁਪਨੇ ਵਿੱਚ ਵੇਖਿਆ ਸੀ ਇਹ ਸੁਪਨੇ ਵਾਲਾ ਹੀ ਜੰਗਲ ਆ, ਉਹੀ ਰਾਹ, ਉਹੀ ਨਕਸ਼ਾ,
ਉਹੀ ਜੰਗਲ। ਰਾਜਾ ਹੈਰਾਨ ਹੋ ਗਿਆ। ਫਿਰ ਜੰਗਲ ਦੇ ਵਿੱਚ ਰਹਿਣ ਵਾਲੇ ਚੰਡਾਲ ਲੋਕ ਤੁਰੇ ਫਿਰਦੇ ਨੇ, ਉਹਨਾਂ ਨੂੰ ਵੇਖ ਕੇ ਤਾਂ ਹੋਰ ਹੈਰਾਨ ਹੋ ਗਿਆ। ਆਹੀ ਤੇ ਮੇਰਾ ਕੁਟੁੰਬ ਹੈ, ਮੇਰਾ ਕਬੀਲਾ ਹੈ, ਮੇਰਾ ਪਰਿਵਾਰ ਹੈ ਸੁਪਨੇ ਵਾਲਾ, ਸਾਰੇ ਉਹੀ। ਰਾਜਾ ਤੁਰਿਆ ਜਾ ਰਿਹਾ ਹੈ, ਬੜੀ ਉਲਝਣ ਦੇ ਵਿੱਚ ਵੀ ਹੈ, ਚੱਲੀ ਕੀ ਜਾ ਰਿਹਾ ਹੈ। ਪਹਿਲਾਂ ਗੁਰਬਾਣੀ ਦੀ ਤੁਕ, ਲੇਖ ਨਾ ਮਿਟੇ ਹੀ ਸਕੀ ਜੋ ਲਿਖਿਆ ਕਰਦਾ। ਫਿਰ ਰਾਤ ਨੂੰ ਮਾੜਾ ਸੁਪਨਾ, ਹੁਣ ਉਹ ਸੁਪਨੇ ਵਾਲੇ ਬੰਦੇ ਵੀ ਦਿਖਣ ਲੱਗ ਪਏ ਮੈਨੂੰ। ਰਾਜਾ ਬੜਾ ਪਰੇਸ਼ਾਨ ਹੈ, ਇਹ ਮੈਂ ਕਿੱਥੇ ਆ ਕੇ ਫਸ ਗਿਆ। ਹਜੇ ਆ ਮਨ ਵਿੱਚ ਖਿਆਲ ਹੀ ਆ ਰਹੇ ਨੇ ਵੀ 4-5 ਨੌਜਵਾਨ ਭੱਜੇ ਭੱਜੇ ਆਏ, ਰਾਜੇ ਨੂੰ ਬਾਹ ਤੋਂ ਪਕੜ ਲਿਆ। ਓਏ ਬਾਪੂ, ਤੂੰ ਤਾਂ ਬੜੇ ਸੋਹਣੇ ਰਾਜੇ ਮਹਾਰਾਜਿਆਂ ਵਾਲੇ ਕੱਪੜੇ ਪਾਈ ਫਿਰਦਾ, ਅਸੀਂ ਗਰੀਬੀ ਵਿੱਚ ਜੂਝਦੇ ਫਿਰਦੇ ਆ ਘੋੜੇ ਤੇ ਚੜਿਆ ਫਿਰਦਾ। ਰਾਜਾ ਡਰ ਗਿਆ, ਇਹ ਤਾਂ ਸੁਪਨੇ ਵਿੱਚ ਮੇਰੇ ਪੁੱਤਰ ਸੀ, ਆਹੀ ਪੁੱਤਰ ਸੀ, ਮੇਰੇ ਬੱਚੇ ਸੀ। ਘੋੜੇ ਤੋਂ ਲਾ ਲਿਆ, ਰਾਜਾ ਡਰੀ ਜਾਂਦਾ। ਗੁਰੂ ਸਾਹਿਬਾਂ ਵੱਲ ਝਾਕਦਾ, ਗੁਰੂ ਸਾਹਿਬ ਮੁਸਕਰਾ ਰਹੇ ਨੇ, ਮੁਸਕਰਾ ਰਹੇ ਨੇ। ਉਧਰੋਂ ਬੱਚੇ ਕਹਿ ਰਹੇ ਨੇ, ਉਹ ਮਾਂ ਵੇਖ ਬਾਪੂ, ਆ ਬਾਪੂ ਜਿਉਂਦਾ ਹੋ ਗਿਆ, ਔਰ ਰਾਜਿਆਂ ਵਾਲੇ ਕੱਪੜੇ ਪਾਈ ਫਿਰਦਾ। ਆ ਵੇਖ ਬਾਪੂ ਆ ਗਿਆ। ਰਾਜਾ ਬੜਾ ਘਬਰਾਇਆ, ਮਹਾਰਾਜ ਮੈਨੂੰ ਇਹਨਾਂ ਤੋਂ ਬਚਾਓ। ਮਹਾਰਾਜ ਮੁਸਕਰਾਈ ਜਾਂਦੇ ਨੇ। ਬੱਚੇ ਕਹਿ ਰਹੇ ਨੇ, ਦੇਖ ਮਾਂ ਬਾਪੂ ਆ ਗਿਆ। ਰਾਜਾ ਇਨਕਾਰ ਵੀ ਨਹੀਂ ਕਰ ਸਕਦਾ, ਕਿਉਂਕਿ ਸੁਪਨੇ ਵਿੱਚ ਇਹੀ ਤਾਂ ਪਰਿਵਾਰ ਸੀ ਉਹਦਾ, ਇਨਕਾਰ ਵੀ ਨਹੀਂ ਕਰ ਸਕਦਾ ਤੇ ਹਾਮੀ ਵੀ ਨਹੀਂ ਭਰ ਸਕਦਾ ਵੀ ਮੈਂ ਤਾਂ ਰਾਜਾ, ਇਹ ਤਾਂ ਸੁਪਨਾ ਸੀ, ਸੁਪਨੇ 'ਚ ਸੀ, ਪਰ ਸਾਹਮਣੇ ਸੁਪਨਾ ਸੱਚ ਹੋ ਗਿਆ। ਬੜਾ ਘਬਰਾਇਆ, ਮਹਾਰਾਜ ਵੱਲ ਹੱਥ ਜੋੜੇ, ਮਹਾਰਾਜ ਮੈਨੂੰ ਬਚਾਓ। ਫਿਰ ਮਹਾਰਾਜ ਉਹਨਾਂ ਨੌਜਵਾਨਾਂ ਨੂੰ ਕਹਿਣ ਲੱਗੇ, ਓਏ ਬੱਚਿਓ, ਇਹ ਤੁਹਾਡਾ ਪਿਤਾ ਨਹੀਂ ਹੈ, ਇਹ ਪਿਤਾ ਨਹੀਂ ਹੈ ਤੁਹਾਡਾ। ਹਾਂ, ਉਹਦੇ ਨਾਲ ਸ਼ਕਲ ਮਿਲਦੀ ਹੈ, ਤੁਹਾਡਾ ਪਿਤਾ ਤਾਂ ਮਰ ਚੁੱਕਿਆ ਹੈ। ਨਹੀਂ ਨਹੀਂ ਮਹਾਰਾਜ, ਇਹੀ ਸਾਡਾ ਪਿਤਾ ਹੈ। ਮਹਾਰਾਜ ਕਹਿੰਦੇ, ਨਹੀਂ ਨਹੀਂ, ਤੁਹਾਡਾ ਪਿਤਾ ਮਰ ਚੁੱਕਿਆ, ਜਾਓ ਜਿੱਥੇ ਉਹਨੂੰ ਦਫਨ ਕੀਤਾ ਸੀ ਪੱਟ ਕੇ ਵੇਖ ਲਓ ਟੋਆ। ਰਾਜਾ ਘਬਰਾਇਆ ਪਿਆ, ਹੋਈ ਕੀ ਜਾ ਰਿਹਾ। ਉਹਨਾਂ ਜਾ ਕੇ ਟੋਆ ਪੱਟਿਆ, ਚੰਡਾਲਾਂ ਨੇ ਟੋਆ ਪੱਟਿਆ, ਵਿੱਚ ਆਪਣੇ ਪਿਤਾ ਦੀ ਲਾਸ਼ ਉਵੇਂ ਵੀ ਪਈ ਹੈ। ਆ ਕੇ ਮਹਾਰਾਜ ਦੇ ਸਾਹਮਣੇ ਨਤਮਸਤਕ ਹੋਏ, ਖਿਮਾ ਮੰਗੀ। ਨਹੀਂ ਮਹਾਰਾਜ, ਇਹ ਸਾਡਾ ਪਿਤਾ ਨਹੀਂ ਹੈ, ਸਾਡਾ ਪਿਤਾ ਤੇ ਉਹ ਕਬਰ ਦੇ ਵਿੱਚ ਹੈ। ਰਾਜੇ ਦੀ ਜਾਨ ਵਿੱਚ ਜਾਨ ਆਈ। ਰਾਜਾ ਬੜਾ ਪਰੇਸ਼ਾਨ ਹੈ, ਹੋਇਆ ਆ ਚੱਲੀ ਕੀ ਜਾਂਦਾ। ਕੋਈ ਵੀ ਪਰੇਸ਼ਾਨ ਹੋ ਜੇ, ਤੁਸੀਂ ਹੋਵੋ ਮੈਂ ਹੋਵਾਂ, ਕੋਈ ਵੀ ਹੋਵੇ ਪਰੇਸ਼ਾਨ ਹੋ ਜੇ, ਇਹ ਚੱਲੀ ਕੀ ਜਾਂਦਾ। ਫਿਰ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਜੇ ਆਗਿਆ ਹੋਵੇ ਹੁਣ ਮੈਂ ਸਵਾਲ ਕਰਾਂ। ਮਹਾਰਾਜ ਕਹਿੰਦੇ ਹਾਂ, ਹੱਸ ਕੇ ਕਹਿੰਦੇ ਹਾਂ ਹੁਣ ਸਵਾਲ ਕਰ ਲੈ। ਕਹਿੰਦਾ, ਮਹਾਰਾਜ ਪਹਿਲਾਂ ਤਾਂ ਮੈਂ ਦੁਖੀ ਸੀ, ਬੰਦਾ ਆਪਣੇ ਦੁੱਖਾਂ ਤੋਂ ਖੜਾ ਛਡਾਉਣ ਦਾ ਮਾਰਾ, ਆਪਣੀ ਵਿਪਤਾ, ਆਪਣੇ ਝਮੇਲਿਆਂ ਤੋਂ ਤੰਗ ਹੋ ਕੇ ਤਾਂ ਗੁਰੂ ਕੋਲੇ ਆਉਂਦਾ ਹੈ। ਤੇ ਤੁਸੀਂ ਬਾਣੀ 'ਚ ਲਿਖਿਆ ਵੀ ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ, ਤੇ ਤੁਸੀਂ ਤੁਹਾਡੀ ਬਾਣੀ ਨੇ ਤਾਂ ਫਟ ਮੂੰਹ ਤੇ ਹੀ ਕਹਿ ਦਿੱਤਾ, ਜਦ ਤੇਰੇ ਲੇਖ ਨਹੀਂ ਮਿਟਨੇ, ਤੇਰੇ ਝਮੇਲੇ, ਤੇਰੇ ਦੁੱਖ, ਤੇਰੀਆਂ ਤਕਲੀਫਾਂ ਇਹ ਨਹੀਂ ਮਿਟਣੀਆਂ। ਤੇ ਮਾਰੇ ਫਿਰ ਤੁਹਾਡੇ ਕੋਲੇ ਆਉਣ ਦਾ ਫਾਇਦਾ ਕੀ ਹੋਇਆ। ਪਹਿਲਾਂ ਤਾਂ ਮੈਂ ਆ ਉਲਝਣ 'ਚ, ਫਿਰ ਰਾਤ ਨੂੰ ਸੁਪਨਾ ਆ ਗਿਆ, ਉਹ 'ਚ ਮੈਂ ਬੜਾ ਦੁਖੀ। ਫਿਰ ਸੁਪਨੇ ਤੋਂ ਬਾਅਦ ਆ ਸੁਪਨਾ ਵੀ ਸੱਚ ਹੋ ਗਿਆ।
मैं दुखी। फिर महाराज कहंदे ओ भलिया लोका, ये महाराज दी बाणी तीन काल सत है, जिहड़े लेख है वो मिटदे नहीं, पर एक गुरु नानक दा घर है। तेरे मन च सवाल सी ना, फिर गुरु धारण करन दा की फायदा? ओए भलिया लोका, गुरु समर्थ है, कित मुख गुर सलाइए, करन कार समर्थ। गुरु समर्थ है। गुरु ने तेरा आउण वाला समा, तेरा आउण वाला जन्म, तेरा आउण वाला दुख, तेरी आउण वाली विपता तेरे सुपने जी भुगता देती। जे नहीं भुगती तो दस। महाराज दे चरनां ते डिग पिया, कहंदा हाँ महाराज, वाकई ये गुरु नानक दा घर बेअंत है, बेअंत है। इत्थे आउण वालियां विपतावां, आउण वाले दुख, आउण वाले इत्थों तक आउण वाले जन्म भी सुपने च भुगत जांदे ने। गुरमुख मैं बेनती करा, कई बारी परिवार आके मिलते ने, बाबा जी असीं बाणी तो पढ़ते हैं, नितनेम भी बहुत करते हैं, सेवा भी कर लेते हैं, पर पता नहीं क्यों सुपने बड़े माड़े आउंदे ने। ते अक्सर मैं बेनती करदा उन्होंने, आ राजा हरी सेन, ਉਹਨੂੰ भी सुपना माड़ा आया सी। डरिया ना करो, जो गुरु धार लिया, गुरु नूं आपदी बांह फड़ा दिती है, हुण फिकर ना कर, हुण तैनूं फिकर नहीं, हुण तेरा फिकर गुरु साहब नूं है। गुरु साहब आपे कृपा करनगे। महाराज बड़ा बेअंत है, बड़ा बेअंत है। हमेशा गुरु साहब से भावना बना के रखो। नितनेम ना छड्डियो, बाणी पढ़नी ना छड्डियो, सेवा सिमरन ना छड्डियो। गुरु साहब तुहाडी कदे भी बांह नहीं छड्डणगे। इत्थे इस लोक विच की परलोक विच भी तुहाडी बांह नहीं छड्डणगे। आ महाराज ने कहा, सज्जन सही नाल मैं, चलदियां नाल चलन, जिथे लेखा मंगीए तिथे खड़े दिसन। बोलो वाहिगुरू वाहिगुरू।